ਸਰਕਾਰ ਜਦੋਂ ਸੱਤਾ 'ਚ ਆਈ ਸੀ ਤੇ ਇਹਨਾਂ ਬੜੇ ਵਾਅਦੇ ਕੀਤੇ ਸੀ ਵੱਡੇ ਵੱਡੇ ਕਿ ਘਰ ਘਰ ਨੌਕਰੀ ਦੇਵਾਂਗੇ, ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਰੈਗੂਲਰ ਕਰਾਂਗੇ, ਕਰਜ਼ਾ ਮਾਫੀ ਵਰਗੇ ਵਾਅਦੇ ਕਰਕੇ ਤੇ ਸੱਤਾ 'ਚ ਆਏ ਸੀ, ਪਰ ਉਹ ਅੱਜ ਤੱਕ ਵਾਅਦਾ ਕੋਈ ਵੀ ਪੂਰਾ ਨਹੀਂ ਹੋਇਆ। ਇੱਕ ਵਾਰੀ ਕੈਪਟਨ ਸਰਕਾਰ ਜਨਾਨੀਆਂ ਦੇ ਸਾਹਮਣੇ ਆ ਜਾਵੇ, ਫਿਰ ਅਸੀਂ ਦਸੀਏ ਕਿ ਹਾਂ ਵੀ ਕਿੰਨੇ ਸਾਡੇ ਬੱਚਿਆਂ ਨੂੰ ਤੁਸੀਂ ਨੌਕਰੀਆਂ ਲਗਵਾਈਆਂ। ਜੇ ਉਹ ਗੁੱਸੇ 'ਚ ਨਾ ਭੜਕੀਆਂ ਹੋਈਆਂ ਤੇ ਅਸੀਂ ਜਨਾਨੀਆਂ ਵੀ ਬਹੁਤ ਭੜਕੀਆਂ, ਜਿਨ੍ਹਾਂ ਦੇ ਬੱਚੇ ਅੱਜ ਘਰ ਵਿਹਲੇ ਬੈਠੇ ਹੋਏ ਆ, ਅਸੀਂ ਕਰਜ਼ੇ ਚੱਕ ਚੱਕ ਕੇ ਆਪਣੇ ਬੱਚੇ ਪੜ੍ਹਾਏ ਹੋਏ ਆ। मैं 4 नौजवानों ਨੂੰ ਬੱਸ ਅੱਡੇ ਸੜਕਾਂ ਤੇ ਆਖਰ ਉਹਨਾਂ ਤੋਂ ਪੈਸੇ ਲੈਂਦੀ ਆ ਤੇ ਫਿਰ ਉਹਦਾ ਇਲਾਜ ਕਰਾਉਂਦੀ ਆ, ਕਿਉਂਕਿ ਇਹ ਲਿਖਦੇ ਆ बेटी बचाओ बेटी पढ़ाओ, बेटी बचाओ बेटी पढ़ाओ। किद्दां पढ़ाइए किद्दां बचाइए, किद्दां पढ़ाइए किद्दां बचाइए। ਸਾਰੀ ਉਮਰ ਅਸੀਂ ਪੈਸੇ ਦੇ ਕੇ ਚੜੇ ਆ, ਇਹ ਸਾਨੂੰ ਨਹੀਂ ਚਾਹੀਦੇ। ਅਸੀਂ ਸਾਡੇ 'ਚ ਹਿੰਮਤ ਹੈਗੀ, ਅਸੀਂ ਬੱਸਾਂ ਦੇ ਕਿਰਾਏ ਦੇ ਕੇ ਚੜਾਂਗੇ। ਜੇ ਉਹਨਾਂ ਦੇ ਨਾਲ ਨਾਇਨਸਾਫੀਆਂ ਹੋਈਆਂ ਆ, ਉਹਨਾਂ ਨਾਲ ਹੀ ਹੋਈਆਂ। ਕੈਪਟਨ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਤਾਂ ਉਹਨਾਂ ਨੇ ਕਿਹਾ ਸੀ ਕਿ 2500 ਰੁਪਏ ਪੈਨਸ਼ਨ ਦੇਵਾਂਗੇ ਨੌਜਵਾਨਾਂ ਨੂੰ, ਬੇਰੁਜ਼ਗਾਰਾਂ ਨੂੰ। ਕੀ ਉਹ ਮਿਲੀ? कि पेंशन तक ही मिलनी है, लगती ही नहीं। ਉਹ ਨਜਾਇਜ਼ ਤੌਰ ਤੇ ਕੋਈ ਮੰਤਰੀ ਪਦ ਦੇ ਕੇ ਸੁਣਿਆ ਉਹ ਪੀ ਕੇ ਪ੍ਰਸ਼ਾਂਤ ਕਿਸ਼ੋਰ, ਉਹ ਸਾਡੇ ਵਰਗੇ ਗਰੀਬਾਂ ਦਾ ਜਦ ਟੈਕਸ ਇਕੱਠਾ ਕਰਕੇ ਉਹਨੂੰ 2.5-3 ਲੱਖ ਰੁਪਏ ਖਰਚਾ ਦੇਣਾ, ਸਭ ਕੁਝ ਫੈਸਿਲਿਟੀਆਂ ਦੇਤੀਆਂ, ਤੇ ਸਾਡੇ ਵਰਗੇ ਗਰੀਬਾਂ ਦਾ ਨਹੀਂ ਕੋਈ ਸੋਚਦਾ। ਮੇਰੀ ਬੇਟੀ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੈ, 2020 ਪਾਸ ਆਊਟ ਹੈ। ਜਿੱਦਾਂ ਸਰਕਾਰ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਅਸੀਂ ਆਪਣੇ ਤੁਹਾਡੇ ਜਿਹੜੇ ਬੱਚੇ ਬੀਟੈਕ ਕਰ ਚੁੱਕੇ ਆ ਉਹਨਾਂ ਨੂੰ ਨੌਕਰੀਆਂ ਦੇਵਾਂਗੇ। ਧੱਕੇ ਖਾ ਕੇ ਬੱਚੇ ਅੱਜ ਮੇਰੇ ਇੰਜੀਨੀਅਰ ਬਣ ਕੇ ਘਰ ਵਿਹਲੀ ਬੈਠੀ ਆ। ਜੇ ਕਿਸੇ ਨੂੰ ਸਰਕਾਰੀ ਨੌਕਰੀ ਦਿੱਤੀ ਆ ਤੇ ਡੈਥ ਕੇਸ ਤੇ ਦਿੱਤੀ ਆ, ਜਿਨ੍ਹਾਂ ਦੀ ਤਨਖਾਹ ਜਿਹੜੇ ਅੱਜ ਸਾਡੇ ਬਰਾਬਰ ਦੇ ਭਰਤੀ ਨੇ ਉਹਨਾਂ ਦੀ ਲਗਭਗ 40 ਤੋਂ 50 ਹਜ਼ਾਰ ਆ। ਸਾਡੀ ਜਿਹੜੇ ਆਊਟਸੋਰਸ ਜਾਂ ਕੰਟਰੈਕਟ ਤੇ ਅਸੀਂ 15 ਸਾਲਾਂ ਤੋਂ ਡਿਊਟੀਆਂ ਕਰਦੇ ਆ ਰਹੇ ਆ, ਸਾਡੀ 10,000 12,000 ਤਨਖਾਹਾਂ ਨੇ। ਜੇ ਹਸਪੀਟਲ ਸਹੀ ਤਰੀਕੇ ਨਾਲ ਚਲਾਉਣ, ਉੱਥੇ ਲੱਖਾਂ ਨੌਕਰੀਆਂ ਪੈਦਾ ਹੋ ਸਕਦੀਆਂ। ਜਲ ਵਿਭਾਗ ਚਲਾਉਣ, ਇਸੇ ਤਰ੍ਹਾਂ ਬਿਜਲੀ ਬੋਰਡ ਚਲਾਉਣ, ਥਰਮਲ ਜਿਹੜੇ ਸਰਕਾਰ ਦੇ ਆ ਉਹਨਾਂ ਨੂੰ ਚਲਾਉਣ, ਤੇ ਲੱਖਾਂ ਨੌਕਰੀਆਂ ਉੱਤੇ ਪੈਦਾ ਹੋ ਸਕਦੀਆਂ। ਪਰ ਸਰਕਾਰਾਂ ਨੇ ਆਪਣੇ ਚਹੇਤਿਆਂ ਨੂੰ, ਆਪਣੇ ਐਮਐਲਏਆਂ ਨੂੰ, ਆਪਣੇ ਮੰਤਰੀਆਂ ਨੂੰ ਬੱਸਾਂ ਪਾਤੀਆਂ, ਉਹਨਾਂ ਦੇ ਥਰਮਲ ਪਵਾਤੇ ਆ, ਸਾਰਾ ਕੁਝ ਇਹ ਆਪਣੇ ਜਿਹੜੇ ਚਹੇਤੇ ਆ ਉਹਨਾਂ ਨੂੰ ਦੇਣ ਜਾ ਰਹੇ ਆ ਕਾਰਪੋਰੇਟ ਘਰਾਣਿਆਂ ਨੂੰ। कोई नहीं सोच रहा, कोई भी इनकी पेंशन बारे सोचिए, ਵਧਾਈਏ ਜਾਂ ਇਹਨਾਂ ਦੀ ਲਾਈਏ ਜਾਂ ਇਹ ਕਿੱਦਾਂ ਰਹਿਣਗੇ ਕਿੱਦਾਂ ਨਹੀਂ। ਇਹ ਸੋਚਦੇ ਆ ਇਹ ਥੱਲੇ 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 ਪੰਜਾਬ ਅਲਡ ਵਰਲਡ ਚੋਂ ਥੱਲੇ ਗਿਰ ਜੂ। ਕਿ ਸਿੱਖਿਆ ਵਿਭਾਗ ਦਾ ਇਹਨਾਂ ਨੇ ਘਾਣ ਕੀਤਾ। ਕਿੱਥੇ ਸਾਡੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ, ਪੜ੍ਹ ਲਿਖ ਕੇ ਅਫਸਰਾਂ ਤੱਕ ਲੱਗੇ ਆ। ਇਹ ਬੀਬੀਆਂ ਨੂੰ ਫ੍ਰੀ ਬੱਸ ਸੇਵਾ ਦਾ ਤੋਹਫਾ ਦਿੱਤਾ ਕੈਪਟਨ ਸਰਕਾਰ ਨੇ, ਉਹਦਾ ਤੁਹਾਨੂੰ ਲਾਭ ਹੋਇਆ ਕੋਈ? ਪਰ ਇਹ ਜਿਹੜਾ ਇਹਨਾਂ ਨੂੰ ਘਾਟਾ ਪਾਇਆ, ਇਹ ਸਰਕਾਰੀ ਬੱਸਾਂ ਲਾ ਕੇ ਜਿੱਦਾਂ ਵੀ ਇਹ ਬੋਲ ਰਹੇ ਸੀ, ਇਹ ਬਿਲਕੁਲ ਗਲਤ ਹੈ, ਬਿਲਕੁਲ ਗਲਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਖ ਗਿੱਲ। ਅੱਜ ਅਸੀਂ ਲੁਧਿਆਣਾ ਦੇ ਬੱਸ ਸਟੈਂਡ ਤੇ ਮੌਜੂਦ ਹਾਂ, ਜਿੱਥੇ ਕਿ ਕੰਡਕਟਰ ਔਰ ਡਰਾਈਵਰ, ਜਿਨ੍ਹਾਂ ਨੂੰ ਕਿ ਪਿਛਲੇ ਲੰਮੇ ਸਮੇਂ ਤੋਂ ਕੰਟਰੈਕਟ ਬੇਸ ਤੇ ਸਰਕਾਰ ਨੇ ਰੱਖਿਆ ਹੋਇਆ ਪਰ ਪੱਕੇ ਨਹੀਂ ਕੀਤਾ ਗਿਆ, ਉਹਨਾਂ ਵੱਲੋਂ ਲੋਕਾਂ ਦੇ ਵਿੱਚ ਪੰਪਲੇਟ ਵੰਡ ਕੇ ਲੋਕਾਂ ਨੂੰ ਸਮਝਾਇਆ ਜਾ ਰਿਹਾ, ਕਿਉਂਕਿ ਜਿਹੜੇ ਅਦਾਰੇ ਨੇ ਸਾਰੇ ਪ੍ਰਾਈਵੇਟ ਕਰ ਦਿੱਤੇ ਗਏ ਨੇ ਔਰ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ। ਇੱਕ ਤਾਂ ਲੋਕਡਾਊਨ ਦਾ ਕਰਕੇ ਜਿਹੜੇ ਸਵਾਰੀ ਘੱਟ ਮਿਲਦੀ ਆ, ਜਾਂ ਤਨਖਾਹਾਂ ਜਿਹੜੀਆਂ ਉਹ ਬਹੁਤ ਘੱਟ ਰੱਖੀਆਂ ਗਈਆਂ ਇਹਨਾਂ ਦੀਆਂ। ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ, ਜਿਹੜੇ ਕਿ ਰੋਡਵੇਜ ਪਨ ਬੱਸ ਯੂਨੀਅਨ ਦੇ ਪ੍ਰਧਾਨ ਨੇ, ਸ਼ਮਸ਼ੇਰ ਸਿੰਘ ਜੀ। ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਕਿੱਥੋਂ ਕੁ ਤੱਕ ਨੇ ਤੇ ਕੀ ਮੰਗਾਂ ਨੇ ਇਹਨਾਂ ਦੀਆਂ। ਪ੍ਰਧਾਨ ਜੀ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਸਵਾਗਤ ਹੈ ਪ੍ਰਧਾਨ ਜੀ, ਜਿਹੜਾ ਮੈਂ ਦੇਖਿਆ ਤੁਸੀਂ ਬੱਸ ਸਟੈਂਡ ਦੇ ਵਿੱਚ ਪੰਪਲੇਟ ਵੰਡ ਰਹੇ ਹੋ, ਹਰ ਰੋਜ਼ ਹੀ ਲੋਕਾਂ ਨੂੰ ਤੁਸੀਂ ਜਾਗਰੂਕ ਕਰ ਰਹੇ ਹੋ, ਇਹ ਕੀ ਕਾਰਨ ਹੈ? ਤੁਹਾਨੂੰ ਕਿਉਂ ਕਰਨਾ ਪਿਆ ਇਹ ਸਭ? ਬਿਲਕੁਲ, ਅਸੀਂ ਇਹਨਾਂ ਮਹਿਕਮਿਆਂ ਦੇ ਵਿੱਚ ਜਿਨ੍ਹਾਂ ਨੂੰ ਸਰਕਾਰ ਅੱਜ ਸਰਕਾਰੀ ਬੱਸਾਂ ਦੱਸਦੀ ਆ, ਇਹਨਾਂ ਮਹਿਕਮਿਆਂ 'ਚ ਅਸੀਂ ਪਿਛਲੇ 15 ਸਾਲਾਂ ਤੋਂ ਨੌਕਰੀਆਂ ਕਰਦੇ ਆ ਰਹੇ ਹਾਂ। ਸਰਕਾਰ ਜਦੋਂ ਸੱਤਾ 'ਚ ਆਈ ਸੀ ਤੇ ਇਹਨਾਂ ਬੜੇ ਵਾਅਦੇ ਕੀਤੇ ਸੀ ਵੱਡੇ ਵੱਡੇ ਕਿ ਘਰ ਘਰ ਨੌਕਰੀ ਦੇਵਾਂਗੇ, ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਰੈਗੂਲਰ ਕਰਾਂਗੇ, ਕਰਜ਼ਾ ਮਾਫੀ ਵਰਗੇ ਵਾਅਦੇ ਕਰਕੇ ਤੇ ਸੱਤਾ 'ਚ ਆਏ ਸੀ, ਪਰ ਉਹ ਅੱਜ ਤੱਕ ਵਾਅਦਾ ਕੋਈ ਵੀ ਪੂਰਾ ਨਹੀਂ ਹੋਇਆ। ਸਰਕਾਰ ਨੇ ਆਪਣਾ ਵੋਟ ਬੈਂਕ ਬਰਕਰਾਰ ਰੱਖਣ ਵਾਸਤੇ ਅੱਜ ਔਰਤਾਂ ਨੂੰ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਸਹੂਲਤ ਦਿੱਤੀ ਆ, ਜਿਹਦਾ ਅਸੀਂ ਸਵਾਗਤ ਕਰਦੇ ਹਾਂ, ਕਿਉਂਕਿ ਇਹ ਸਰਕਾਰ ਦੇ ਅਦਾਰੇ ਨੇ, ਸਰਕਾਰ ਦੇ ਫਰਜ਼ ਬਣਦੇ। ਅਸੀਂ ਸਰਕਾਰ ਨੂੰ ਟੈਕਸ ਦਿੰਦੇ, ਜਿਹੜੀ ਸਫ਼ਰ ਸਹੂਲਤ ਦੇਣੀ ਜਾਂ ਸਿਹਤ ਸੇਵਾਵਾਂ ਜਾਂ ਸਿੱਖਿਆ ਵਿਭਾਗ 'ਚ ਲੋਕਾਂ ਨੂੰ ਸਹੂਲਤ ਦੇਣੀ, ਇਹ ਸਰਕਾਰ ਦੇ ਫਰਜ਼ ਨੇ। ਪਰ ਕਿਤੇ ਨਾ ਕਿਤੇ ਅਸੀਂ ਦੱਸਣਾ ਚਾਹਾਂਗੇ, ਜਿਨ੍ਹਾਂ ਨੂੰ ਸਰਕਾਰ ਇਹ ਸਰਕਾਰੀ ਵਿਭਾਗ ਦੱਸਦੀ ਆ, ਅੰਦਰ ਖਾਤੇ ਇਹਨਾਂ ਦੇ ਵਿੱਚ ਕਾਰਪੋਰੇਟ ਘਰਾਣੇ ਵਾੜ ਕੇ, ਠੇਕੇਦਾਰ ਵਾੜ ਕੇ ਇਹਨਾਂ ਮਹਿਕਮਿਆਂ ਨੂੰ ਪ੍ਰਾਈਵੇਟ ਵਾਲੇ ਪਾਸੇ ਧੱਕਿਆ ਜਾ ਰਿਹਾ ਤੇ ਇਹਨਾਂ ਨੂੰ ਬੰਦ ਕਰਨ ਵਾਲੇ ਪਾਸੇ
ਪਾਸੇ ਲੈ ਕੇ ਜਾ ਰਿਹਾ। ਜਿਵੇਂ ਆਪਾਂ ਪਿਛਲੇ ਸਮੇਂ 'ਚ ਵੇਖਿਆ ਕਿ ਸਿੱਖਿਆ ਵਿਭਾਗ ਦਾ ਇਹਨਾਂ ਨੇ ਘਾਣ ਕੀਤਾ, ਕਿੱਥੇ ਸਾਡੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ, ਪੜ੍ਹ ਲਿਖ ਕੇ ਅਫਸਰਾਂ ਤੱਕ ਲੱਗੇ ਆ। ਅੱਜ ਇਹਨਾਂ ਨੇ ਸਰਕਾਰੀ ਸਕੂਲ ਬੰਦ ਕਰਕੇ ਤੇ ਪ੍ਰਾਈਵੇਟ ਸਕੂਲ ਆਪਣੇ ਚਹੇਤਿਆਂ ਦੇ ਮੰਤਰੀਆਂ ਦੇ ਖਲਵਾ ਕੇ ਤੇ ਉਹਦੇ 'ਚ ਸਾਡੇ ਪੰਜਾਬੀਆਂ ਦਾ ਤੇ ਸਾਡੇ ਪਰਿਵਾਰਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ, ਜਿੱਥੇ 5-5 ਹਜ਼ਾਰ ਇੱਕ ਬੱਚੇ ਦੀ ਫੀਸ ਆ। ਪਿਛਲੇ 1.5 ਸਾਲ ਤੋਂ ਲੋਕਡਾਊਨ ਦੌਰਾਨ ਇੱਕ ਦਿਨ ਵੀ ਸਕੂਲ ਨਹੀਂ ਲੱਗੇ, ਪਰ ਜਿਹੜੇ ਪਰਿਵਾਰ ਸਾਡੇ ਜਿਹੜੇ ਪੰਜਾਬੀ ਉਹਨਾਂ ਨੂੰ ਆਪਣੇ ਬੱਚਿਆਂ ਦੀਆਂ ਫੀਸਾਂ ਪੂਰੀਆਂ ਭਰਨੀਆਂ ਪਈਆਂ ਤੇ ਉਹਨਾਂ ਦੀ ਆਮਦਨ ਦਾ ਸਾਧਨ ਕੋਈ ਵੀ ਨਹੀਂ ਸੀਗਾ। ਇਸੇ ਤਰ੍ਹਾਂ ਹੀ ਜਿਹੜਾ ਸਿਹਤ ਵਿਭਾਗ ਆ, ਅੱਜ 1.5-2 ਸਾਲ ਹੋ ਗਿਆ ਕੋਵਿਡ-19 ਫੈਲੇ ਨੂੰ, ਅੱਜ ਸਾਡੇ ਸਿਹਤ ਵਿਭਾਗ ਦੀ ਜਿਹੜੀ ਪ੍ਰੋਗਰੈਸ ਹੈ ਜ਼ੀਰੋ ਆ। ਜੇਕਰ ਇਲਾਜ ਦੀ ਗੱਲ ਕਰੀਏ ਤੇ ਇਲਾਜ ਵਾਸਤੇ ਸਾਨੂੰ ਪ੍ਰਾਈਵੇਟਾਂ ਹਸਪੀਟਲਾਂ ਦੇ ਵਿੱਚ ਆਪਣਾ ਪੈਸਾ ਲਟਾਉਣਾ ਪੈਂਦਾ। ਸਰਕਾਰੀ ਹਸਪੀਟਲਾਂ ਵਿੱਚ ਅਜੇ ਤੱਕ ਵੀ ਕੋਈ ਪ੍ਰਬੰਧ ਨਹੀਂਗਾ, ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ। ਸੋ ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ ਵੀ ਇਹ ਜਿਹੜੇ ਸਰਕਾਰ ਦੇ ਅਦਾਰੇ ਆਪਣੇ ਪੰਜਾਬ ਦੀ ਵਿਰਾਸਤ ਆ, ਜਿਹੜੇ ਸਾਨੂੰ ਵਿਰਾਸਤ ਦੇ ਵਿੱਚ ਮਿਲੇ ਆ, ਇਹਨਾਂ ਦੀ ਸੁਚੱਜੇ ਢੰਗ ਨਾਲ ਇਹਨਾਂ ਨੂੰ ਸਿਹਤ ਸੇਵਾਵਾਂ ਜਾਂ ਸਿੱਖਿਆ ਵਿਭਾਗ ਆ ਜਾਂ ਟਰਾਂਸਪੋਰਟ ਆ ਜਾਂ ਜਿੰਨੇ ਵੀ ਵਿਭਾਗ ਨੇ, ਇਹਨਾਂ ਦੀ ਜਿਹੜੀ ਸਹੀ ਤਰੀਕੇ ਨਾਲ ਚਲਾ ਕੇ ਤੇ ਲੋਕਾਂ ਨੂੰ ਬਣਦੀ ਸਹੂਲਤ ਦਿੱਤੀ ਜਾਵੇ, ਲੋਕਾਂ ਨਾਲ ਖਿਲਵਾੜ ਨਾ ਕੀਤਾ ਜਾਵੇ। ਸ਼ਮਸ਼ੇਰ ਸਿੰਘ ਜੀ, ਤੁਸੀਂ ਇਹ ਮੁਹਿੰਮ ਦਾ ਨਾਮ ਭੰਡੀ ਪ੍ਰਚਾਰ ਰੱਖਿਆ ਆ, ਇਹ ਸਰਕਾਰ ਪੰਜਾਬ ਸਰਕਾਰ ਦੇ ਖਿਲਾਫ ਆ ਜਾਂ ਕੇਂਦਰ ਦੇ ਖਿਲਾਫ ਵੀ ਹੈ? ਬਿਲਕੁਲ, ਇਹ ਪੰਜਾਬ ਸਰਕਾਰ ਦੇ ਵੀ ਆ ਤੇ ਕੇਂਦਰ ਸਰਕਾਰ ਦੇ ਵੀ ਆ, ਕਿਉਂਕਿ ਅਸੀਂ ਭੋਲੇ ਭਾਲੇ ਪੰਜਾਬ ਦੇ ਲੋਕ ਇਹਨਾਂ ਨੂੰ ਚੁਣ ਕੇ ਭੇਜਦੇ ਆ ਸਾਡੀ ਨੁਮਾਇੰਦਗੀ ਕਰਨ ਵਾਸਤੇ। ਕਿਤੇ ਨਾ ਕਿਤੇ ਸਾਡੀ ਆਵਾਜ਼ ਉੱਤੋਂ ਤੱਕ ਨਹੀਂ ਪਹੁੰਚਾਉਂਦੇ। ਪਹਿਲਾਂ ਜੇ ਗੱਲ ਕਰੀਏ ਪੰਜਾਬ ਸਰਕਾਰ ਦੀ, ਇਹ ਵਿਭਾਗਾਂ ਦੀ ਗੱਲ, ਇਹ ਜਿਹੜਾ ਟਰਾਂਸਪੋਰਟ ਦਾ ਅਦਾਰਾ, ਇਹ ਲਗਭਗ ਅੱਜ ਤੋਂ 20-25 ਸਾਲ ਪਹਿਲਾਂ ਜਿੱਥੇ PRTC ਤੇ ਪੰਜਾਬ ਰੋਡਵੇਜ਼ ਦੇ ਵਿੱਚ ਲਗਭਗ 4000 ਬੱਸ ਹੁੰਦੀ ਸੀ, ਜਦੋਂ ਲੋਕ ਬਹੁਤ ਘੱਟ ਸਫ਼ਰ ਕਰਦੇ ਸੀਗੇ। ਅੱਜ ਹਰੇਕ ਘਰ, ਹਰੇਕ ਵਰਕਰ ਕੋਈ ਬਿਜ਼ਨਸ ਵਾਸਤੇ ਕੋਈ ਕਿਤੇ ਜਾਂਦਾ, ਅੱਜ ਬੱਸਾਂ ਦੀ ਗਿਣਤੀ ਚਾਹੀਦੀ ਆ 10 ਤੋਂ 15000 ਤੇ ਬੱਸਾਂ ਦੀ ਗਿਣਤੀ ਰਹਿ ਗਈ ਆ 700-800 ਦੋਨਾਂ ਵਿਭਾਗਾਂ ਦੇ ਵਿੱਚ। ਉਹ ਵੀ ਕੋਈ ਕਿਲੋਮੀਟਰ ਸਕੀਮ ਤੇ ਬੱਸਾਂ ਨੇ ਤੇ ਕੁਝ ਕਰਜ਼ੇ ਤੇ ਬੱਸਾਂ ਨੇ। ਸਰਕਾਰ ਕੋਲ ਜਿਹੜੀਆਂ ਬਜਟ ਰੱਖ ਕੇ ਬੱਸਾਂ ਪਾਈਆਂ ਸੀ, ਸਰਕਾਰ ਪਹਿਲਾਂ ਪਾਉਂਦੀ ਸੀ, ਉਹ ਅੱਜ ਬਿਲਕੁਲ ਨਹੀਂ ਹੈਗੀਆਂ। ਜੇ ਕਰੀਏ ਕੇਂਦਰ ਸਰਕਾਰ ਦੀ ਗੱਲ, ਜਿਹੜੇ ਅੱਜ ਸਾਡੇ ਬਜ਼ੁਰਗ ਜਿਹੜੇ ਖੇਤੀ ਕਾਨੂੰਨ ਲੈ ਕੇ ਆਈ ਸਰਕਾਰ, ਉਹਨਾਂ ਦੇ ਵਿਰੋਧ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਨੇ ਉਹ ਦਿੱਲੀ ਦੇ ਬਾਰਡਰਾਂ ਤੇ 6 ਮਹੀਨਿਆਂ ਤੋਂ ਲਗਾਤਾਰ ਆਪਣਾ ਸੰਘਰਸ਼ ਲੜਦੇ ਆ ਰਹੇ ਨੇ ਤੇ ਸਰਕਾਰ ਨੇ ਅਜੇ ਤੱਕ ਉਹ ਕਾਨੂੰਨ ਰੱਦ ਨਹੀਂ ਕੀਤੇ। ਤੇ ਨਾਲ ਹੀ ਜਿਹੜਾ ਲੇਬਰ ਐਕਟ ਲੈ ਕੇ ਆਏ ਆ, ਸੋਧਾ ਲੈ ਕੇ ਆਏ ਆ 12 ਘੰਟੇ ਡਿਊਟੀ ਕਰਨ ਦਾ, ਉਹ ਵੀ ਐਕਟ ਜਿਹੜਾ ਕੋਵਿਡ ਦੇ ਆੜ 'ਚ ਲੈ ਕੇ ਆਏ ਆ, ਤੇ ਬਿਜਲੀ ਐਕਟ 2020 ਲੈ ਕੇ ਆਇਆ, ਜਿਹਨੂੰ ਰੱਦ ਕਰਾਉਣ ਦੀ ਅਸੀਂ ਮੰਗ ਕਰਦੇ ਆ ਰਹੇ ਹਾਂ ਨਾਲ, ਕਿਉਂਕਿ ਉਹ ਸਾਡੇ ਸਾਰਿਆਂ ਦੇ ਵਾਸਤੇ ਘਾਤਕ ਆ। ਸੋ ਇਸ ਕਰਕੇ ਰੱਦ ਕੀਤੇ ਜਾਣ ਤਾਂ ਕਿ ਸਾਡੇ ਜਿਹੜੇ ਪੰਜਾਬ ਦੇ ਪਹਿਲਾਂ ਹੀ ਕਰਜ਼ਾਈ ਤੇ ਇਹਨਾਂ ਸਰਕਾਰਾਂ ਦੇ ਡੁਬੋਇਆ ਹੋਇਆ। ਸ਼ਮਸ਼ੇਰ ਸਿੰਘ ਜੀ, 1999 ਤੋਂ ਬਾਅਦ ਕੋਈ ਵੀ ਕੰਡਕਟਰ ਜਾਂ ਡਰਾਈਵਰ ਆ ਜਿਹੜਾ ਪੱਕੇ ਤੌਰ ਤੇ ਨਹੀਂ ਰੱਖਿਆ ਗਿਆ, ਸਾਰਿਆਂ ਨੂੰ ਪ੍ਰਾਈਵੇਟ ਤੌਰ ਤੇ ਰੱਖਿਆ ਗਿਆ। ਔਰ ਸੈਲਰੀ ਇਹਨਾਂ ਦੀ ਕਿੰਨੀ ਹੈ, ਉਹ ਉਸ ਤੋਂ ਬਾਅਦ ਜਿਹੜੇ ਕਿੰਨੇ ਨੌਜਵਾਨ ਜਿਹੜੇ ਭਰਤੀ ਹੋਏ ਨੇ ਔਰ ਉਹਨਾਂ ਦੀ ਸੈਲਰੀ ਕਿੰਨੀ, ਕੀ ਘਰਾਂ ਦਾ ਗੁਜ਼ਾਰਾ ਚੱਲ ਰਿਹਾ ਤੁਹਾਡੇ? ਬਿਲਕੁਲ, ਜਦੋਂ ਸਰਕਾਰ ਪਹਿਲਾਂ ਅੱਜ ਤੋਂ 20 ਸਾਲ ਪਹਿਲਾਂ ਜਿਹੜਾ ਬੱਸਾਂ ਪਾਉਂਦੀ ਸੀ, ਉਹ ਬਜਟ ਰੱਖ ਕੇ ਪਾਉਂਦੀ ਸੀ, ਮੁਲਾਜ਼ਮ ਆਪਣੇ ਸਰਕਾਰ ਦੇ ਖਾਤੇ 'ਚ ਭਰਤੀ ਕਰਦੀ ਸੀਗੀ। ਜਿਹੜੇ ਕਨੈਕਟਰ ਹੈ ਉਹ ਲਗਭਗ 1990 ਤੋਂ ਪਹਿਲਾਂ ਦੇ ਰੱਖੇ ਹੋਏ ਨੇ, ਜਿਹੜੇ ਡਰਾਈਵਰ ਹੈ 1999 'ਚ ਲਾਸਟ ਭਰਤੀ ਆਈ। ਉਸ ਤੋਂ ਬਾਅਦ ਜਿੰਨੀਆਂ ਵੀ ਭਰਤੀਆਂ ਨਾ ਠੇਕੇ ਦੇ ਆਧਾਰ ਤੇ ਕੀਤੀਆਂ। ਜੇ ਕਿਸੇ ਨੂੰ ਸਰਕਾਰੀ ਨੌਕਰੀ ਦਿੱਤੀ ਆ ਤੇ ਡੈਥ ਕੇਸ ਤੇ ਦਿੱਤੀ ਆ, ਜਿਨ੍ਹਾਂ ਦੀ ਤਨਖਾਹ ਜਿਹੜੇ ਅੱਜ ਸਾਡੇ ਬਰਾਬਰ ਦੇ ਭਰਤੀ ਨੇ ਉਹਨਾਂ ਦੀ ਲਗਭਗ 40 ਤੋਂ 50 ਹਜ਼ਾਰ ਆ। ਸਾਡੀ ਜਿਹੜੇ ਆਊਟਸੋਰਸ ਜਾਂ ਕੰਟਰੈਕਟ ਤੇ ਅਸੀਂ 15-15 ਸਾਲਾਂ ਤੋਂ ਡਿਊਟੀਆਂ ਕਰਦੇ ਆ ਰਹੇ ਆ, ਸਾਡੀ 10,000 12,000 ਤਨਖਾਹਾਂ ਨੇ। ਸੋ ਬਹੁਤ ਘੱਟ ਤਨਖਾਹਾਂ ਨੇ, ਜਿਹਦੇ ਨਾਲ ਸਾਡੇ ਪਰਿਵਾਰ ਦੇ ਗੁਜ਼ਾਰੇ ਕਰਨੇ ਬੜੇ ਮੁਸ਼ਕਲ ਨੇ, ਕਿਉਂਕਿ ਅੱਜ 2-2 ਬੱਚੇ ਹਰੇਕ ਦੇ ਘਰ 'ਚ ਨੇ ਤੇ ਬੱਚਿਆਂ ਨੂੰ ਅਸੀਂ ਪ੍ਰਾਈਵੇਟ ਸਕੂਲਾਂ 'ਚ ਪੜ੍ਹਾ ਰਹੇ ਹਾਂ। 10-10 ਹਜ਼ਾਰ ਰੁਪਈਆ ਉਹਨਾਂ ਦੀ ਫੀਸ ਜਾ ਰਹੀ ਆ, ਬਿਜਲੀ ਦੇ ਬਿੱਲ ਵੱਖਰੇ ਜਾ ਰਹੇ ਆ ਤੇ ਇਹੋ ਜਿਹੇ ਖਰਚੇ ਨੇ ਜਿਹੜੇ ਸਾਨੂੰ ਬੜਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਤੋ ਤੁਸੀਂ ਦੱਸਿਆ ਕਿ ਤੁਹਾਡੇ ਬੱਚੇ ਵੀ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਂਦੇ ਨੇ, ਫੀਸਾਂ ਦਾ ਫਿਰ ਕਿੱਦਾਂ, ਜਿਹੜਾ ਜਿੰਨੇ ਵੀ ਕੰਡਕਟਰ ਜਾਂ ਡਰਾਈਵਰ ਨੇ ਵਿਚਾਰੇ 10,000 ਤੋਂ ਤਨਖਾਹ ਆ, 10,000 ਇੱਕ ਬੱਚੇ ਦੀ ਫੀਸ ਆ, ਫਿਰ ਘਰਾਂ ਦੇ ਗੁਜ਼ਾਰਿਆਂ ਦਾ ਕਿੱਦਾਂ ਚੱਲਦਾ ਆ? ਬਿਲਕੁਲ, ਸਾਡੇ ਕੋਲ ਚਲੋ ਅਸੀਂ ਪਰਿਵਾਰਾਂ ਨਾਲ ਸੰਬੰਧਿਤ ਹਾਂ, ਥੋੜੀ ਬਾਲੀ ਖੇਤੀ ਹੈਗੀ, ਥੋੜਾ ਬੜਾ ਸੈਟਿੰਗ ਆ ਜਾਂਦਾ। ਕਈ ਵਿਚਾਰੇ ਸਾਡੇ ਇਹੋ ਜਿਹੇ ਮੁਲਾਜ਼ਮ ਨੇ ਜਿਨ੍ਹਾਂ ਦਾ ਸਿਰਫ ਇੱਥੋਂ ਹੀ ਨਿਰਭਰ ਨੇ, ਜਿਨ੍ਹਾਂ ਦੇ ਜਿਹੜੇ ਬੱਚੇ ਉਹ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਆ। ਆਉਣ ਵਾਲਾ ਭਵਿੱਖ ਆ ਜਿਹੜਾ ਉਹਨਾਂ ਦਾ ਧੁੰਦਲਾ ਹੋ ਰਿਹਾ, ਕਿਉਂਕਿ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹ ਬੱਚੇ ਪੜ੍ਹਨ ਤੇ ਪੜ੍ਹ ਲਿਖ ਕੇ ਸਾਨੂੰ ਸਵਾਲ ਕਰਨ। ਇਹਨਾਂ ਨੇ ਸਕੂਲ ਖਤਮ ਕਰਤੇ। ਜਦੋਂ ਸਰਕਾਰ ਸੱਤਾ 'ਚ ਆਈ ਸੀ, ਆਉਂਦਿਆਂ ਨਾਲ ਸਭ ਤੋਂ ਪਹਿਲਾਂ ਸਕੂਲ ਬੰਦ ਕੀਤੇ ਸੀਗੇ, ਜਿਹੜੇ ਸੇਵਾ ਕੇਂਦਰ ਉਹ ਬੰਦ ਕੀਤੇ ਸੀਗੇ, ਤਾਂ ਕਿ ਕੋਈ ਵੀ ਬੱਚਾ ਪੜ੍ਹ ਲਿਖ ਕੇ ਸਾਨੂੰ ਸਵਾਲ ਨਾ ਕਰੇ। ਸੋ ਇਹ ਸਰਕਾਰ ਦੀ ਮਾੜੀ ਨੀਤ ਆ ਵੀ ਜੇ ਪੜ੍ਹ ਲਿਖ ਗਏ ਤੇ ਸਾਡੇ ਕੋਲ ਨੌਕਰੀਆਂ ਮੰਗਣਗੇ, ਨੌਕਰੀਆਂ ਨਾ ਕੋਈ ਹੈ ਨਹੀਂ। ਅੱਜ 3-4 ਲੱਖ ਨੌਜਵਾਨ ਆ ਜਿਹੜਾ ਠੇਕੇ ਦੇ ਤੇ ਆਊਟਸੋਰਸ ਤੇ ਕੰਮ ਕਰ ਰਿਹਾ, ਤੇ 7-8 ਲੱਖ ਨੌਜਵਾਨ ਉਹ ਆ ਜਿਹੜਾ ਵਿਚਾਰਾ ਬੇਰੁਜ਼ਗਾਰ ਆ। ਉਹ ਨੌਕਰੀਆਂ ਦੀ ਭਾਲ ਦੇ ਵਿੱਚ ਫਾਰਮ ਭਰਦਾ, ਫਾਰਮ ਭਰੇ ਜਾਂਦੇ ਆ 2 ਲੱਖ, ਵੈਕੰਸੀ ਹੁੰਦੀ ਆ 50,
ਉਹਨਾਂ ਦੀ ਮੁਲਾਜ਼ਮਾਂ ਦੀ, ਤੇ ਜਿੱਥੇ ਉਹ ਫਾਰਮ ਭਰੇ ਭਰਾਏ ਰਹਿ ਜਾਂਦੇ। ਸੋ ਕਿਸੇ ਵੀ ਵਿਭਾਗ ਦੇ ਵਿੱਚ ਨੌਕਰੀ ਨਹੀਂ ਰਹੀ। ਸਾਡੇ ਜਿਹੜੇ ਪਰਿਵਾਰ ਆ, ਸਾਡੀਆਂ ਮਾਵਾਂ ਭੈਣਾਂ, ਉਹ ਇਹੋ ਜਿਹੇ ਹਾਲਾਤ ਹੋ ਗਿਆ ਜਦੋਂ ਉਹਨਾਂ ਨੇ ਕਿਤੇ ਆਪਣਾ ਰਿਸ਼ਤਾ ਜਾਂ ਸਾਕ ਸੰਬੰਧੀ ਰਿਸ਼ਤਾ ਜੋੜਨਾ ਹੁੰਦਾ ਤੇ ਉਹ ਅਕਸਰ ਹੀ ਲੱਭਦੇ ਆ ਕਿ ਪੜ੍ਹਿਆ ਲਿਖਿਆ ਤੇ ਸਰਕਾਰੀ ਨੌਕਰੀ ਵਾਲਾ ਸਾਨੂੰ ਪਰਿਵਾਰ ਮਿਲੇ, ਪਰ ਉਹ ਮਿਲਣੇ ਕਿੱਥੋਂ ਆ ਜਦੋਂ ਸਰਕਾਰ ਨੇ ਵਿਭਾਗ ਹੀ ਖਤਮ ਕਰਤੇ ਤੇ ਇਹ ਸਾਨੂੰ ਨੌਕਰੀਆਂ ਕਿੱਥੇ ਮਿਲਣੀਆਂ। ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵਾਅਦੇ ਕੀਤੇ ਸੀ ਕਿ ਬੇਰੁਜ਼ਗਾਰਾਂ ਨੂੰ ਅਸੀਂ ਭੱਤਾ ਦੇਵਾਂਗੇ 2500 ਰੁਪਈਆ, ਔਰ ਜਿਹੜੇ ਰੋਡਵੇਜ ਆ ਜਾਂ ਕਿਸੇ ਵਿਭਾਗ ਵਿੱਚ ਵੀ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਦੁੱਗਣੀਆਂ ਕੀਤੀਆਂ ਜਾਣਗੀਆਂ। ਕੀ ਹੋਈਆਂ ਤੁਹਾਡੀਆਂ? ਬਿਲਕੁਲ ਨਹੀਂ। ਜਿਹੜੀ ਆਊਟਸੋਰਸ ਜਾਂ ਕੰਟਰੈਕਟ ਦੇ ਮੁਲਾਜ਼ਮਾਂ ਵਾਸਤੇ ਕੁਝ ਨਹੀਂ ਲੈ ਕੇ ਆਉਂਦੀ। ਅੱਜ ਸਰਕਾਰ ਕੋ 10 ਤੋਂ 20% ਰੈਗੂਲਰ ਮੁਲਾਜ਼ਮ ਨੇ। ਜੇ ਕੋਈ ਲੈ ਕੇ ਆਉਂਦੇ ਆ ਤੇ ਉਹਨਾਂ ਵਾਸਤੇ ਲੈ ਕੇ ਆਉਂਦੇ ਆ, ਉਹ ਵੀ ਉਹਨਾਂ ਨੂੰ ਕਲੀਅਰ ਤੌਰ ਤੇ ਮਿਲਦਾ ਨਹੀਂਗਾ। ਬਸ ਇਹ ਹਵਾ ਜੀ ਛੱਡ ਦਿੰਦੇ ਆ ਕਿ ਅਸੀਂ ਆਹ ਕੁਝ ਕਰਤਾ, ਕੋਈ ਜਿਹੜੀ ਚੀਜ਼ ਆ ਉਹ ਨਿਪਰੇ ਨਹੀਂ ਚੜਦੀ ਸਰਕਾਰ ਦੀ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਆ ਰਹੀਆਂ ਨੇ 2022 ਦੀਆਂ, ਤੁਹਾਡੀ ਜਥੇਬੰਦੀ ਜਾਂ ਯੂਨੀਅਨ ਕਿੱਦਾਂ ਦੀ ਸਰਕਾਰ ਚਾਹੁੰਦੀ ਹੈ? ਅਸੀਂ ਚਾਹੁੰਦੇ ਹਾਂ ਜਿਹੜੀਆਂ ਸਰਕਾਰਾਂ ਨੂੰ ਅਸੀਂ ਚੁਣਦੇ ਹਾਂ ਉਹ ਸਾਡੀ ਸੱਚੀ ਅਗਵਾਈ ਕਰਨ ਤੇ ਜਿਹੜੇ ਸਾਡੇ ਪਰਿਵਾਰ ਨੇ, ਸਾਡੇ ਜਿਹੜੇ ਬੱਚੇ ਨੇ ਤੇ ਸਾਡੇ ਨੌਜਵਾਨ ਭਵਿੱਖ ਆ, ਉਹਨਾਂ ਨੂੰ ਨੌਕਰੀਆਂ ਦਾ ਰੁਜ਼ਗਾਰ ਪੈਦਾ ਕਰਨ। ਜਿਵੇਂ ਇਹ ਰੋਡਵੇਜ ਟਰਾਂਸ ਜਾਂ PRTC ਦਾ ਅਦਾਰਾ, ਜੇਕਰ ਇਹਦੇ 'ਚ ਅੱਜ ਬੱਸਾਂ ਦੀ ਲੋੜ ਆ 10,000 ਬੱਸਾਂ ਦੀ, ਇੱਕ ਬੱਸ ਤੇ 7 ਪਰਿਵਾਰਾਂ ਨੂੰ ਨੌਕਰੀ ਮਿਲਦੀ ਆ, 7 ਨੌਜਵਾਨਾਂ ਨੂੰ, ਤੇ ਜੇਕਰ ਕੱਲੀ 10,000 ਬੱਸ ਪੈ ਜੇ ਤੇ 70,000 ਨੌਕਰੀ ਕੱਲੀ ਇਸ ਵਿਭਾਗ ਦੇ ਵਿੱਚ ਪੈਦਾ ਹੋ ਸਕਦੀ ਆ। ਇਸੇ ਤਰ੍ਹਾਂ ਹੀ ਸਿੱਖਿਆ ਵਿਭਾਗ ਆ, ਉਹਦੇ 'ਚ ਵੀ ਜੇਕਰ ਉਹਨਾਂ ਨੂੰ ਸਕੂਲਾਂ ਨੂੰ ਸਹੀ ਢੰਗ ਨਾਲ ਚਲਾਉਣ ਤੇ ਲੱਖਾਂ ਨੌਕਰੀਆਂ ਉੱਥੇ ਪੈਦਾ ਹੋ ਸਕਦੀਆਂ। ਜੇ ਹਸਪੀਟਲ ਸਹੀ ਤਰੀਕੇ ਨਾਲ ਚਲਾਉਣ, ਉੱਥੇ ਲੱਖਾਂ ਨੌਕਰੀਆਂ ਪੈਦਾ ਹੋ ਸਕਦੀਆਂ। ਜਲ ਵਿਭਾਗ ਚਲਾਉਣ, ਇਸੇ ਤਰ੍ਹਾਂ ਬਿਜਲੀ ਬੋਰਡ ਚਲਾਉਣ, ਥਰਮਲ ਜਿਹੜੇ ਸਰਕਾਰ ਦੇ ਆ ਉਹਨਾਂ ਨੂੰ ਚਲਾਉਣ ਤੇ ਲੱਖਾਂ ਨੌਕਰੀਆਂ ਉੱਥੇ ਪੈਦਾ ਹੋ ਸਕਦੀਆਂ। ਪਰ ਸਰਕਾਰਾਂ ਨੇ ਆਪਣੇ ਚਹੇਤਿਆਂ ਨੂੰ, ਆਪਣੇ MLA ਨੂੰ, ਆਪਣੇ ਮੰਤਰੀਆਂ ਨੂੰ ਬੱਸਾਂ ਪਾਤੀਆਂ, ਉਹਨਾਂ ਦੇ ਥਰਮਲ ਪਵਾਤੇ ਆ, ਸਾਰਾ ਕੁਝ ਇਹ ਆਪਣੇ ਜਿਹੜੇ ਚਹੇਤੇ ਆ ਉਹਨਾਂ ਨੂੰ ਦੇਣ ਜਾ ਰਹੇ ਆ, ਕਾਰਪੋਰੇਟ ਘਰਾਣਿਆਂ ਨੂੰ। ਕੈਪਟਨ ਸਰਕਾਰ ਨੇ ਜਿਹੜਾ ਔਰਤਾਂ ਵਾਸਤੇ ਫ੍ਰੀ ਬੱਸ ਸਫ਼ਰ ਦੀ ਸੇਵਾ ਦਿੱਤੀ ਹੈ ਜਿਹੜੀ, ਉਹਦੇ ਨਾਲ ਤੁਹਾਨੂੰ ਰੋਡਵੇਜ ਜਾਂ ਪ੍ਰਾਈਵੇਟ ਬੱਸਾਂ ਨੂੰ ਕਿੰਨਾ ਕੁ ਫਰਕ ਪਿਆ? ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਜਿਹੜੀ ਦੁਵਿਧਾ ਵਧੀ ਹੈ, ਲੜਾਈ ਪਈ ਹੈ ਰੋਡਵੇਜ ਜਾਂ ਪ੍ਰਾਈਵੇਟ ਬੱਸਾਂ ਵਾਲਿਆਂ ਦੇ ਨਾਲ। ਔਰਤਾਂ ਦੀ ਨਿੱਤ ਲੜਾਈ ਹੁੰਦੀ। ਹੁਣ ਵੀ ਮੈਂ ਬੱਸ ਸਟੈਂਡ ਤੇ ਦੇਖ ਰਿਹਾ ਸੀ, ਇੱਕ ਬੀਬੀ ਲੜ ਰਹੀ ਸੀ। ਤੁਹਾਨੂੰ ਲੱਗਦਾ ਨਹੀਂ ਹੈ ਇਹ ਕਿ ਲੜਾਈ ਵਧੀ ਹੈ, ਨਾ ਕਿ ਇਹ ਜਿਹੜਾ ਮਿਲਿਆ? ਬਿਲਕੁਲ, ਇਹ ਗੱਲ ਪਹਿਲਾਂ ਵੀ ਮੈਂ ਦੱਸੀ ਆ ਵੀ ਸਰਕਾਰ ਇੱਕ ਸਹੂਲਤ ਦਾ ਨਾਂ ਦੇਤਾ ਵੀ ਅਸੀਂ ਫ੍ਰੀ ਸਫ਼ਰ ਸਹੂਲਤ ਦਿੱਤੀ ਆ, ਪਰ ਸਰਕਾਰ ਕੋ ਬੱਸਾਂ ਦੀ ਬਹੁਤ ਘਾਟ ਆ। ਬੱਸਾਂ ਪੂਰੀਆਂ ਹੋਣੀਆਂ ਚਾਹੀਦੀਆਂ। ਦੂਜੇ ਪਾਸੇ ਕੋਵਿਡ 'ਚ ਇਹਨਾਂ ਨੇ ਲਾਤੀ ਆ, ਸਾਡੇ ਤੇ ਪਾਬੰਦੀ ਲਾਤੀ ਵੀ 25 ਸਵਾਰੀਆਂ ਤੋਂ ਵੱਧ ਨਹੀਂ ਬਿਠਾਉਣੀਆਂ। ਹੁਣ 25 ਸਵਾਰੀਆਂ ਬੱਸ ਸਟੈਂਡ ਤੋਂ ਬਹਿ ਗਈਆਂ। ਜਿਹੜੀਆਂ ਸਾਡੀਆਂ ਭੈਣਾਂ ਜਾਂ ਮਾਵਾਂ ਸਾਡੀਆਂ ਚੌਂਕਾਂ 'ਚ ਖੜੀਆਂ, ਉਹਨਾਂ ਨੇ ਹੱਥ ਦੇਣਾ ਤੇ ਅਸੀਂ ਜੇ ਬੱਸਾਂ ਰੋਕ ਕੇ ਬਿਠਾਉਣੇ ਆ ਤੇ ਸਾਡੇ ਚਲਾਨ ਹੁੰਦੇ ਆ 5,000 ਦਾ ਪੁਲਿਸ ਮੁਲਾਜ਼ਮਾਂ ਵੱਲੋਂ, ਜਾਂ ਕੋਵਿਡ ਦਾ ਪਰਚਾ ਹੁੰਦਾ ਵੀ ਤੁਸੀਂ ਉਲੰਘਣਾ ਕੀਤੀ ਆ ਕੋਵਿਡ ਦੀਆਂ ਹਦਾਇਤਾਂ ਦੀ। ਜਿਸ ਕਰਕੇ ਸਾਨੂੰ ਦਿੱਕਤਾਂ ਦਾ ਸਾਹਮਣਾ ਕਹਿੰਦਾ ਸਾਡੇ ਪਰਿਵਾਰਾਂ ਨੂੰ ਸਾਡੇ ਨਾਲ ਹੀ ਲੜਾ ਕੇ ਸਰਕਾਰਾਂ ਆਪਣਾ ਸਿਆਸੀ ਲਾਹਾ ਲੈ ਰਹੀਆਂ ਨੇ। ਅਸੀਂ ਫਿਰ ਮੰਗ ਕਰਦੇ ਹਾਂ ਸਰਕਾਰ ਕੋਲ ਵੀ ਬੱਸਾਂ ਦੀ ਗਿਣਤੀ ਪੂਰੀ ਕੀਤੀ ਜਾਵੇ ਔਰ ਬਜਟ ਰੱਖ ਕੇ ਬੱਸਾਂ ਪਾਈਆਂ ਜਾਣ। ਜਿਹੜਾ ਸਰਕਾਰ ਨੇ ਬਜਟ ਜਾਂ ਔਰਤਾਂ ਦੇ ਮੁਫਤ ਸਫ਼ਰ ਸਹੂਲਤ ਵਾਸਤੇ ਰੱਖਿਆ ਉਹ ਬੜਾ ਥੋੜਾ ਵਾ। 4-5 ਮਹੀਨਿਆਂ ਦੇ ਵਿੱਚ ਜਿਹੜਾ ਬਜਟ ਹੈ ਖਤਮ ਹੋ ਜਾਊਗਾ ਤੇ ਅਜੇ ਤੱਕ ਮਿਲਿਆ ਵੀ ਨਹੀਂਗਾ। ਤੇ ਜੇਕਰ ਇਸੇ ਤਰੀਕੇ ਨਾਲ ਚੱਲਦਾ ਰਿਹਾ ਤੇ ਜਿਹੜਾ ਬੱਸਾਂ ਜਿਵੇਂ ਲੋਨ ਤੇ ਇਹਨਾਂ ਦੀਆਂ ਕਿਸ਼ਤਾਂ ਜਾਂਦੀਆਂ ਨੇ ਜਾਂ ਜਿਹੜਾ ਤੇਲ ਹੈ ਉਹ ਬੜਾ ਮਹਿੰਗਾ, ਜਿਸ ਕਰਕੇ ਆਉਣ ਵਾਲੇ ਸਮੇਂ 'ਚ ਦਿੱਕਤਾਂ ਪੈਦਾ ਹੋਣਗੀਆਂ ਤੇ ਜਿਹੜੀਆਂ ਬੱਸਾਂ ਇਹ ਤੇਲ ਖੁਣੋਂ ਸਪੇਅਰ ਪਾਰਟ ਖੁਣੋਂ ਖੜ ਜਾਣਗੀਆਂ ਤੇ ਜਿਹੜਾ ਸਰਕਾਰੀ ਵਿਭਾਗ ਟਰਾਂਸਪੋਰਟ ਦਾ ਹੈ ਹੌਲੀ-ਹੌਲੀ ਘਾਟੇ 'ਚ ਵਿਖਾ ਕੇ ਸਰਕਾਰਾਂ ਨੇ ਇਹਨੂੰ ਬੰਦ ਕਰ ਦੇਣਾ। ਇਹ ਸਨ ਸਾਡੇ ਨਾਲ ਸ਼ਮਸ਼ੇਰ ਸਿੰਘ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ। ਔਰ ਹੁਣ ਆਪਾਂ ਆਮ ਲੋਕਾਂ ਨਾਲ ਕਰਾਂਗੇ ਗੱਲਬਾਤ। ਉਹਨਾਂ ਨੂੰ ਪੁੱਛਦੇ ਹਾਂ ਕਿ ਜਿਹੜੇ ਇਹ ਫ੍ਰੀ ਬੱਸ ਸਫ਼ਰ, ਇਹਦਾ ਲਾਭ ਜਿਹੜਾ ਕਿੰਨਾ ਕੁ ਲੋਕਾਂ ਨੂੰ ਮਿਲਿਆ। ਬਾਈ ਜੀ ਕੀ ਹਾਲ ਆ ਜੀ? ਠੀਕ ਹੈ ਜੀ ਸਰ ਜੀ। ਨਾਮ ਕੀ ਆਪਣਾ? ਹਰਬੰਸ ਸਿੰਘ ਜੀ, ਕਿੱਥੋਂ ਆਏ ਹੋ? ਗੁਰਦਾਸਪੁਰ ਤੋਂ। ਤੁਸੀਂ ਵੀ ਨਿੱਤ ਸਫ਼ਰ ਕਰਦੇ ਹੋ, ਜਿਹੜਾ ਬੀਬੀਆਂ ਨੂੰ ਫ੍ਰੀ ਬੱਸ ਸਫ਼ਰ ਦਿੱਤਾ ਉਹਦਾ ਕੀ ਨੁਕਸਾਨ ਆ ਜਾਂ ਫਾਇਦਾ ਹੋਇਆ? ਨੁਕਸਾਨ ਹੀ ਹੈ ਜੀ ਵੈਸੇ ਇਹ ਤੇ ਜਿਹੜੀ ਭਾਈ ਸਾਹਿਬ ਗੱਲ ਕਰ ਰਹੇ ਬਿਲਕੁਲ ਠੀਕ ਹੈ। ਇਹਨਾਂ ਹੌਲੀ ਹੌਲੀ ਬਹਾਨਾ ਬਣਾਇਆ ਬੱਸਾਂ ਸਿਰਫ ਇਹ ਟਰਾਂਸਪੋਰਟ ਨੂੰ ਬੰਦ ਕਰਨ ਵਾਸਤੇ, ਹੋਰ ਕੁਝ ਨਹੀਂ। ਠੀਕ ਹੈ। ਸਾਡੇ ਨਾਲ ਇੱਧਰ ਇੱਕ ਮਾਤਾ ਜੀ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਮਾਤਾ ਜੀ ਕੀ ਨਾਮ ਆਪਣਾ? ਨੀਲਮ, ਕਿੱਥੋਂ ਆਏ ਹੋ? ਤੁਰੀ ਲੈਂਦ। ਧੂਰੀ ਤੋਂ। ਜਿਹੜਾ ਇਹ ਬੀਬੀਆਂ ਨੂੰ ਫ੍ਰੀ ਬੱਸ ਸੇਵਾ ਦਾ ਤੋਹਫਾ ਦਿੱਤਾ ਕੈਪਟਨ ਸਰਕਾਰ ਨੇ, ਉਹਦਾ ਤੁਹਾਨੂੰ ਲਾਭ ਹੋਇਆ ਕੋਈ? ਨਹੀਂ ਰਾਜੇ, ਜਿੱਦਾਂ ਇਹਨਾਂ ਨੇ ਕਿਹਾ ਪ੍ਰਧਾਨ ਸਾਹਿਬ ਨੇ ਵੀ ਚਾਹੇ ਸਾਨੂੰ ਕਿਰਾਇਆ ਲਾ ਦੇਣ, ਚਾਹੇ ਕੁਝ ਵੀ ਲਾ ਦੇਣ, ਘਾਟੇ ਵਾਧੇ 'ਚ ਅਸੀਂ ਸਫ਼ਰ ਕਰਨਾ ਚਾਹਾਂਗੇ ਤਾਂ ਕਰਾਂਗੇ। ਪਰ ਇਹ ਜਿਹੜਾ ਇਹਨਾਂ ਨੇ ਇਹਨਾਂ ਨੂੰ ਘਾਟਾ ਪਾਇਆ, ਇਹ ਸਰਕਾਰੀ ਬੱਸਾਂ ਲਾ ਕੇ ਜਿੱਦਾਂ ਵੀ ਇਹ ਬੋਲ ਰਹੇ ਸੀ, ਇਹ ਬਿਲਕੁਲ ਗਲਤ ਹੈ, ਬਿਲਕੁਲ ਗਲਤ ਹੈ। ਅਸੀਂ ਮਹਿਲਾਵਾਂ ਕੋਈ ਵੀ ਹੈ, ਚਾਹੇ ਕਿਸੇ ਮਹੱਲੇ ਦੀ ਹੈ, ਕਿਸੇ ਨਗਰ ਦੀ ਹੈ, ਕਿਸੇ ਅਲਡ ਵਰਲਡ ਦੀ ਹੈ, ਅਸੀਂ ਖੁਦ ਕਿਰਾਇਆ ਖਰਚਾਂਗੇ। ਪਰ ਸਾਡੇ ਬੱਚੇ ਬਿਲਕੁਲ ਵਿਹਲੇ ਬੈਠੇ, ਬਿਲਕੁਲ ਵਿਹਲੇ। ਇੱਥੋਂ ਤੱਕ ਕਿ ਸਾਡੇ ਬੱਚੇ ਚੋਰੀਆਂ ਕਰਨ ਲੱਗੇ, ਹੇਰਾ ਫੇਰੀਆਂ ਕਰਨ ਲੱਗੇ। ਸਰਕਾਰ ਨੇ ਮੇਰਾ ਵੱਡਾ ਬੱਚਾ ਜੇਲ੍ਹ 'ਚ ਤੱਕਿਆ ਹੈ ਇਸੇ ਕਾਰਨ, ਹੇਰਾ ਫੇਰੀਆਂ 400ਵੀਆਂ। ਛੋਟਾ ਮੁੰਡਾ ਮੇਰਾ ਬਗੈਰ ਰੁਜ਼ਗਾਰ ਧੂਰੀ ਲੈਣ ਤੇ ਸੰਤਪੁਰਾ ਮੱਲਾ
ਰਾਮਗੜੀਆ ਦੀ ਬੈਕ ਸਾਈਡ 2 ਨੰਬਰ ਫਾਟਕ ਤੇ ਬਿਲਕੁਲ ਵਿਹਲਾ ਹੈ। ਇੱਕ ਮੇਰੀ ਛੋਟੀ ਜੀ ਪੋਤੀ ਹੈ, ਉਹ ਹਮੇਸ਼ਾ ਬਿਮਾਰ ਰਹਿੰਦੀ ਹੈ ਕਿ ਇੱਥੋਂ ਤੱਕ ਕਿ ਦਵਾਈ ਵੀ ਨਹੀਂ ਜੁੜੀ। ਮੈਂ 4 ਨੌਜਵਾਨਾਂ ਨੂੰ ਬੱਸ ਅੱਡੇ ਸੜਕਾਂ ਤੇ ਆਖਰ ਉਹਨਾਂ ਤੋਂ ਪੈਸੇ ਲੈਂਦੀ ਹਾਂ ਤੇ ਫੇਰ ਉਹਦਾ ਇਲਾਜ ਕਰਾਉਂਦੀ ਹਾਂ, ਕਿਉਂਕਿ ਇਹ ਲਿਖਦੇ ਆ ਬੇਟੀ ਬਚਾਓ बेटी पढ़ाओ, बेटी बचाओ, बेटी पढ़ाओ। किद्दां पढ़ाइए, किद्दां बचाइए, किद्दां पढ़ाइए, किद्दां बचाइए। ये मनु पूरा गिला शिकवा जिहड़ी सरकार इन्होंने बनाई है नवी पूरा है। मैनू मरन तो कोई डर नहीं लगता बिल्कुल। मेरा आदमी बिट्टू बाबा नीलम बाबा हुणे सफेर होया, हुणे अजे तक मेरी पेंशन नहीं लगी। कित्थे मेरा राशन नहीं लग्या, किद्दां मेरी पोती पले, किद्दां मेरा बच्चा बीमार, किद्दां मैं वो जिहड़ा मेरा बच्चा जेल च किद्दां मैं छड़ावां। वकील इन्ने पैसे मंगते। मेरे बड़े बच्चे का नाम पवन कुमार पप्पू, सोना सुनखा अंग्रेज। छोटा मेरा बच्चा उस तो भी सोना सुनखा। 2 मेरे बच्चे है सिर्फ, मेरे कुड़ी कोई नहीं। कुड़ी मेरी आई पोती। मैं एडी तकलीफ हुण भी मैं नौकरी पठानकोट लभन चली है भी किसी तरह मैं किसी भी एरिया च रात नू दिन नू नौकरी करा, मैं मेरा परिवार छोटा जा पाल सका तो बचा सका। कोरोना दे ਜਿਹੜਾ ਦੌਰ ਚੱਲ ਰਿਹਾ ਇਹਦੇ ਵਿੱਚ ਕੋਈ ਸਰਕਾਰ ਵੱਲੋਂ ਤੁਹਾਨੂੰ ਸਹਾਇਤਾ ਨਹੀਂ ਮਿਲੀ? कोरोना ने एक मेरी सहेली सी धुरी लैन ते, ਉਹ सिर्फ 1 दिन बीमार हुई, 1 दिन बीमार है। दूसरे दिन सिविल हॉस्पिटल ने उन्होंने नाम देता निर्मला देवी नू भी ये कोरोना हो गई इनू। ਅਸੀਂ ਇੰਨੀ ਕੋਈ ਕੀਤੀ 4 ਦਿਨ ਉਹਦੀ ਲਾਸ਼ ਰੋਲੀ। ਆਖਰ ਉਹਦਾ ਪੋਸਟਮਾਰਟਮ ਕੀਤਾ, ਆਖਰ ਸਾਨੂੰ ਕਹਿੰਦੇ ਅਸੀਂ ਲਾਸ਼ ਨਹੀਂ ਦੇ। ਫਿਰ ਅਸੀਂ ਆਪਦੀ ਆਵਾਜ਼ ਉਠਾਈ, ਜਨਾਨੀਆਂ ਮਸਾਨ ਘਾਟ ਦੇ ਵਿੱਚ ਅਸੀਂ ਤਹਿਲਕਾ ਮਚਾਇਆ। ਫਿਰ ਸਿਵਲ ਚ ਗਏ, ਫਿਰ ਉਹਨਾਂ ਨੇ ਡੈਡ ਬੋਡੀ ਦੀ ਪੋਸਟਮਾਰਟਮ ਕਰਕੇ ਫਿਰ ਸਾਨੂੰ ਦਿੱਤੀ। 4 ਉਹਨਾਂ ਦੇ ਜਿਹੜੇ ਵਰਕਰ ਸੀ, ਅਸੀਂ ਮੈਡਮਾਂ ਨੂੰ ਕਿਹਾ, बड़े बड़े डॉक्टरों ने कहा, स्लीपरां नूं कहा, सब नूं कहा, बच्चों नूं जेड़े उत्थे हैल्पर है, डॉक्टर है, मैडमां वड्डियां भी सानू मेरी सहेली दी लाश चाहिए। उन्होंने सुन सुना के लाश तां देती, पर जो रीति रिवाज सी सानू नहीं करन दिता बिल्कुल। सिर्फ उन्होंने कहा आदमी आ जावे इंदा अगे, सिर्फ आदमी अग दे दे। ਅਸੀਂ ਇੱਥੇ ਮਸਾਨ ਘਾਟ ਇੱਥੇ ਸ਼ਾਮ ਨਗਰ ਚ ਜਾਲ ਨਹੀਂ ਸੀ, ਇਹਨਾਂ ਨੇ ਉਹ ਰੋੜਾ ਪੈਲਸ ਦਾਣਾ ਮੰਡੀ ਚ ਸਾਰੀ ਆਪਦੀ ਮਰਜ਼ੀ ਨਾਲ। ਅਸੀਂ ਇਸ ਗੱਲ ਤੋਂ ਬਹੁਤ ਬਰਖਲਾਫ ਆ, ਬਹੁਤ ਜ਼ਿਆਦਾ। ਕੈਪਟਨ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਤਾਂ ਉਹਨਾਂ ਨੇ ਕਿਹਾ ਸੀਗਾ 2500 ਰੁਪਏ ਪੈਨਸ਼ਨ ਦੇਵਾਂਗੇ ਨੌਜਵਾਨਾਂ ਨੂੰ, ਬੇਰੁਜ਼ਗਾਰਾਂ ਨੂੰ। ਕੀ ਉਹ ਮਿਲੀ? ਜਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿੱਦਾਂ ਦੀ ਸਰਕਾਰ ਚਾਹੁੰਦੇ, ਕਿਉਂਕਿ 2022 ਦੇ ਵਿੱਚ ਵੋਟਾਂ ਪੈਣੀਆਂ ਨੇ, ਤੁਹਾਨੂੰ ਕਿੱਦਾਂ ਦੀ ਸਰਕਾਰ ਚਾਹੀਦੀ ਹੈ? ਸਾਨੂੰ ਇਦਾਂ ਦੀ ਸਰਕਾਰ ਚਾਹੀਦੀ ਹੈ। ਮੈਂ ਨੀਲਮ ਬਾਵਾ ਬੋਲ ਰਹੀ ਹਾਂ, ਮੈਂ 10 ਪੜ੍ਹੀ ਹੋਈ ਹਾਂ ਵੀ ਜਨਾਨੀਆਂ ਦੀ ਜ਼ਿਆਦਾ ਤੋਂ ਜ਼ਿਆਦਾ 2500 ਨਹੀਂ ਤਾਂ 2000 ਕਰਨ। ਇੱਥੋਂ ਤੱਕ ਕਿ ਪੈਨਸ਼ਨ ਤਾਂ ਕੀ ਮਿਲਣੀ ਹੈ ਲੱਗਦੀ ਹੀ ਨਹੀਂ। ਜਨਾਨੀਆਂ ਆਪਦਾ ਕੁਝ ਵੇਚ ਕੇ ਗਹਿਣਾ ਗੱਟਾ ਕਰਕੇ ਵਿਚਾਰੀਆਂ ਕਦੀ ਚੰਡੀਗੜ੍ਹ ਜਾਂਦੀਆਂ, ਕਦੀ ਨਹਿਰ ਤੇ ਜਾਂਦੀਆਂ, ਐਸੇ ਹੀ ਇੱਥੇ ਹੀ ਲੁਧਿਆਣੇ 'ਚ, ਪਰ ਉਹਨਾਂ ਦੀ ਕੋਈ ਸੁਣਾਈ ਨਹੀਂ। ਜੇ ਡੀਕੋ ਕੋਲ ਜਾਂਦੀਆਂ, ਜਿਵੇਂ ਡੀਕੋ ਹੈ ਕੌਂਸਲਰ ਜਾਂ ਪ੍ਰਧਾਨ ਆ, ਉਹ ਵੀ ਕੋਈ ਸੁਣਾਈ ਨਹੀਂ ਕਰਦਾ। ਉੱਥੋਂ ਧੱਕੇ ਤੁੱਕੇ ਖਾ ਕੇ ਥੱਕ ਕਰਕੇ ਆਪਦੇ ਗਰੀਬ ਪਰਿਵਾਰ 'ਚ ਕੋਈ ਕਿਰਾਏ ਤੇ ਬਹਿ ਜਾਂਦੀ ਹੈ, ਕੋਈ ਜਿੰਦਾ ਕੋਈ ਝੁੱਗਾ ਚੌਂਕਾ ਉਹਦੇ ਬਹਿ ਜਾਂਦੇ ਆ। ਕੋਈ ਨਹੀਂ ਸੋਚ ਰਿਹਾ, ਕੋਈ ਵੀ ਇਹਦੀ ਪੈਨਸ਼ਨ ਬਾਰੇ ਸੋਚੀਏ, ਵਧਾਈਏ ਜਾਂ ਇਹਨਾਂ ਦੀ ਲਾਈਏ, ਜਾਂ ਇਹ ਕਿੱਦਾਂ ਰਹਿਣਗੇ ਕਿੱਦਾਂ ਨਹੀਂ। ਇਹ ਸੋਚਦੇ ਆ ਇਹ ਥੱਲੇ ਪੰਜਾਬ ਵਰਲਡ 'ਚੋਂ ਥੱਲੇ ਗਿਰ ਜਾਊ ਬਿਲਕੁਲ। ਤਾਂ ਇਹ ਸਨ ਆਮ ਲੋਕ ਜਿਨ੍ਹਾਂ ਦਾ ਕਹਿਣਾ ਕਿ ਸਰਕਾਰ ਆ ਜਿਹੜੇ ਆਮ ਲੋਕਾਂ ਬਾਰੇ ਬਿਲਕੁਲ ਵੀ ਨਹੀਂ ਸੋਚ ਰਹੀ, ਕਿਉਂਕਿ ਇਹਨਾਂ ਨੂੰ ਨਾ ਤਾਂ ਕੋਈ ਭੱਤਾ ਮਿਲ ਰਿਹਾ, ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਕੋਈ ਭੱਤਾ ਨਹੀਂ ਮਿਲ ਰਿਹਾ। ਔਰ ਜਿਹੜੀ ਬੁਢਾਪਾ ਪੈਨਸ਼ਨ ਦੀ ਗੱਲ ਕੀਤੀ ਇਹਨਾਂ ਨੇ, ਔਰ ਵਿਧਵਾ ਪੈਨਸ਼ਨ ਦੀ, ਉਹ ਵੀ ਲਵਾਉਣ ਵਾਸਤੇ ਉਹਨਾਂ ਦਾ ਕਹਿਣਾ ਕਿ ਗੇੜੇ ਮਾਰ ਕੇ ਅਸੀਂ ਅੱਕ ਗਏ ਆ, ਸਾਡੀ ਪੈਨਸ਼ਨ ਤੱਕ ਨਹੀਂ ਲੱਗੀ। ਔਰ ਜੇ ਜਿਨ੍ਹਾਂ ਦੀ ਲੱਗੀ ਹੋਈ ਆ 750 ਰੁਪਏ ਪੈਨਸ਼ਨ ਮਿਲਦੀ, ਉਹਨਾਂ ਦਾ ਕਹਿਣਾ ਕਿ ਘੱਟ ਤੋਂ ਘੱਟ ਜੇ 2500 ਨਹੀਂ ਕਰ ਸਕਦੇ ਤਾਂ 2000 ਜਿਹੜੀ ਪੈਨਸ਼ਨ ਹੋਣੀ ਚਾਹੀਦੀ ਆ। ਆਪਾਂ ਅੱਗੇ ਵੀ ਗੱਲਬਾਤ ਕਰਦੇ ਆ। ਇਸ ਤੋਂ ਬਾਅਦ ਸਾਡੇ ਨਾਲ ਹੋਰ ਵੀ ਜਿਹੜੇ ਭੈਣ ਜੀ ਮੌਜੂਦ ਨੇ, ਉਹਨਾਂ ਨਾਲ ਕਰਦੇ ਆ ਆਪਾਂ ਗੱਲਬਾਤ। ਭੈਣ ਜੀ ਨਾਮ ਕੀ ਆਪਣਾ? ਮੇਰਾ ਅਨੁਦਤ ਨਾਮ ਹੈ ਜੀ, ਮੈਂ ਫਗਵਾੜੇ ਤੋਂ ਬਿਲੋਂਗ ਕਰਦੀ ਹਾਂ ਜੀ। ਮੇਰੀ ਬੇਟੀ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੈ, 2020 ਪਾਸ ਆਊਟ ਹੈ। ਜਿੱਦਾਂ ਸਰਕਾਰ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਅਸੀਂ ਆਪਣੇ ਤੁਹਾਡੇ ਜਿਹੜੇ ਬੱਚੇ ਬੀਟੈਕ ਕਰ ਚੁੱਕੇ ਆ ਉਹਨਾਂ ਨੂੰ ਨੌਕਰੀਆਂ ਦੇਵਾਂਗੇ, ਲੇਕਿਨ ਅਮਰਿੰਦਰ ਸਰਕਾਰ ਵੱਲੋਂ ਕੋਈ ਨੌਕਰੀ ਨਹੀਂ ਆਈ, ਕੋਈ ਯੂਨੀਵਰਸਿਟੀ 'ਚ ਕੋਈ ਕੰਪਨੀਆਂ ਨਹੀਂ ਆਈਆਂ, ਕਾਲਜ ਵਾਲਿਆਂ ਨੇ ਪੈਸਾ ਖਾਦਾ, ਕੋਈ ਕੰਪਨੀਆਂ ਨਹੀਂ ਆਈਆਂ, ਕੋਈ ਕੁਝ ਨਹੀਂ ਹੋਇਆ। ਧੱਕੇ ਖਾ ਕੇ ਬੱਚੇ ਅੱਜ ਮੇਰੇ ਇੰਜੀਨੀਅਰ ਬਣ ਕੇ ਘਰ ਵਿਹਲੀ ਬੈਠੀ ਆ। ਨਹੀਂ, ਕੈਪਟਨ ਸਰਕਾਰ ਤਾਂ ਕਹਿੰਦੀ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਅਸੀਂ ਨੌਕਰੀ ਦੇ ਦਿੱਤੀ ਹੈ। ਇਹ ਸਭ ਝੂਠ ਆ, ਧੋਖਾ ਆ। ਇੱਕ ਵਾਰੀ ਕੈਪਟਨ ਸਰਕਾਰ ਜਨਾਨੀਆਂ ਦੇ ਸਾਹਮਣੇ ਆ ਜਾਵੇ,
ਫਿਰ ਅਸੀਂ ਦਸੀਏ ਕਿ ਹਾਂ ਵੀ ਕਿੰਨੇ ਕੁ ਸਾਡੇ ਬੱਚਿਆਂ ਨੂੰ ਤੁਸੀਂ ਨੌਕਰੀਆਂ ਲਗਵਾਈਆਂ। ਜੇ ਉਹ ਗੁੱਸੇ 'ਚ ਨਾ ਭੜਕੀਆਂ ਹੋਈਆਂ ਤੇ ਅਸੀਂ ਜਨਾਨੀਆਂ ਵੀ ਬਹੁਤ ਭੜਕੀਆਂ ਜਿਨ੍ਹਾਂ ਦੇ ਬੱਚੇ ਅੱਜ ਘਰ ਵਿਹਲੇ ਬੈਠੇ ਹੋਏ ਆ। ਅਸੀਂ ਕਰਜ਼ੇ ਚੱਕ ਕੇ ਆਪਣੇ ਬੱਚੇ ਪੜਾਏ ਹੋਏ ਆ। ਠੀਕ ਹੈ ਨਾ। ਮੰਗ ਕੀ ਕਰਦੇ ਹੋ ਸਰਕਾਰ ਤੋਂ? ਸਾਡੇ ਬੱਚੇ ਨੌਕਰੀਆਂ ਤੇ ਲਗਾਓ। ਆ ਸਾਡੇ ਲਈ ਜਿਹੜੀਆਂ ਬੱਸਾਂ ਦੀ ਕੀਤੀ, ਅਸੀਂ ਪੈਸਾ ਸਾਰੀ ਉਮਰ ਅਸੀਂ ਪੈਸੇ ਦੇ ਕੇ ਚੜੇ ਆ। ਇਹ ਸਾਨੂੰ ਨਹੀਂ ਚਾਹੀਦੇ। ਅਸੀਂ ਸਾਡੇ 'ਚ ਹਿੰਮਤ ਹੈਗੀ, ਅਸੀਂ ਬੱਸਾਂ ਦੇ ਕਿਰਾਏ ਦੇ ਕੇ ਚੜਾਂਗੇ। ਜੇ ਉਹਨਾਂ ਦੇ ਨਾਲ ਆ ਨਾ ਇਨਸਾਫੀਆਂ ਹੋਈਆਂ ਆ, ਉਹਨਾਂ ਨਾਲ ਹੀ ਹੋਈਆਂ, ਤੇ ਇਹ ਅਸੀਂ ਪੈਸੇ ਦੇਵਾਂਗੇ, ਅਸੀਂ ਦੇਣ ਨੂੰ ਤਿਆਰ ਆ। 2022 ਦੇ ਵਿੱਚ ਫਿਰ ਇਲੈਕਸ਼ਨ ਆ ਰਿਹਾ ਹੈ, ਕਿੱਦਾਂ ਦੀ ਸਰਕਾਰ ਚਾਹੁੰਦੇ ਹੋ? ਸਾਨੂੰ ਵਧੀਆ ਸਰਕਾਰ ਚਾਹੀਦੀ ਜਿਹੜੀ ਜਨਾਨੀਆਂ ਦੀ ਸੁਣੇ। ਸਾਡੇ ਬੱਚਿਆਂ ਨੂੰ ਇਹਨੇ ਕਰੋਨਾ ਟਾਈਮ ਦੇ ਉੱਤੇ ਜਿੱਦਾਂ ਉਹਨੂੰ ਮੇਰਾ ਬੇਟਾ ਆ, ਉਹ ਸਕੂਲ ਜਾਂਦਾ ਆ, ਉਹਦੀ ਇਸ ਵੇਲੇ 3000 ਰੁਪਏ ਤਨਖਾਹ ਫੀਸ ਆ ਮੇਰੇ ਬੇਟੇ ਦੀ। ਠੀਕ ਹੈ। ਔਰ ਤੁਸੀਂ ਆਪ ਸੋਚੋ 3000 ਰੁਪਏ ਫੀਸ, ਜੇ ਸਕੂਲ 'ਚ ਜਾ ਕੇ ਗੱਲ ਕਰਦੇ ਵੀ ਮੇਰਾ ਘਰ ਵਾਲਾ ਵਿਹਲਾ ਬੈਠਾ ਆ, ਬਈ ਕਿੱਦਾਂ ਦਈਏ? ਉਹ ਕਹਿੰਦੇ ਸਾਨੂੰ ਨਹੀਂ ਪਤਾ, ਬੱਚਾ ਘਰ ਬਿਠਾ ਲਓ। ਅਸੀਂ ਕਿੱਥੇ ਜਾਈਏ? ਇਹ ਸਨ ਸਾਡੇ ਭੈਣ ਜੀ ਜਿਨ੍ਹਾਂ ਦਾ ਕਹਿਣਾ ਕਿ ਸਾਡੇ ਬੱਚਿਆਂ ਦੀਆਂ ਜਿਹੜੇ ਪੜ੍ਹਾਈਆਂ ਬਿਲਕੁਲ ਖਰਾਬ ਹੋ ਗਈਆਂ ਨੇ ਔਰ ਫੀਸਾਂ ਜਿਹੜੀਆਂ ਸਕੂਲਾਂ ਤੋਂ ਮੰਗੇ। ਇੱਧਰ ਵੀਰ ਜੀ ਗੱਲ ਕਰਨਾ ਚਾਹੁੰਦੇ। ਵੀਰ ਜੀ ਕੀ ਨਾਮ ਆਪਣਾ? ਮੇਰਾ ਨਾਮ ਅਜੇ ਹੈ ਜੀ। ਮੈਂ ਆਇਆ ਪਠਾਨਕੋਟ ਤੋਂ ਆਇਆ। ਜੀ ਕੀ ਕਹਿਣਾ ਚਾਹੁੰਦੇ ਹੋ? ਮੈਂ ਤੇ ਕੰਮ ਲੱਭਣ ਵਾਸਤੇ ਆਇਆ ਸੀ ਕਿਉਂਕਿ ਕੈਪਟਨ ਸਾਹਿਬ ਤੇ ਕਹਿੰਦੇ ਕਿ ਘਰ ਘਰ ਰੋਜ਼ਗਾਰ ਦੇਵਾਂਗੇ, ਪਰ ਮੈਂ ਪਠਾਨਕੋਟ ਤਕਰੀਬਨ 200 ਕਿਲੋਮੀਟਰ ਦੂਰ ਤੋਂ ਆਇਆ ਦਾ। ਕੋਈ ਕੰਮ ਕਾਜ ਨਹੀਂ, ਕੋਈ ਕੁਛ ਨਹੀਂ ਹੈਗਾ ਸਾਡੇ ਏਰੀਏ 'ਚ, ਕਿ ਇੱਥੇ ਵੀ ਨਹੀਂ ਲੱਭਦਾ ਪਿਆ ਕੰਮ। ਤੇ ਮੈਂ ਕਹਿੰਦਾ ਵੀ ਕੈਪਟਨ ਸਾਹਿਬ ਜੇ ਤੁਸੀਂ ਕੰਮ ਨਹੀਂ ਦੇਣਾ, ਬੇਰੁਜ਼ਗਾਰੀ ਭੱਤਾ ਕਹਿੰਦੇ ਪਏ ਹੋ, ਆਪਣੀਆਂ ਇੰਨੀਆਂ ਪੈਨਸ਼ਨਾਂ ਹੈਗੀਆਂ, ਤਾਂ ਰਸਤੇ 'ਚ ਬੋਰਡਾਂ ਦੇਖਿਆ ਕਿ ਬਜ਼ੁਰਗਾਂ ਨੂੰ 1500 ਰੁਪਏ ਪੈਨਸ਼ਨ, ਆਪਣੀ ਪੈਨਸ਼ਨ ਨਹੀਂ ਕਦੀ ਸ਼ੋਅ ਕੀਤੀ ਕਿ ਮੇਰੀ ਕਿੰਨੀ ਪੈਨਸ਼ਨ ਹੈ ਕਿੰਨੀ ਨਹੀਂ। ਉਹ ਨਜਾਇਜ਼ ਤੌਰ ਤੇ ਕੋਈ ਮੰਤਰੀ ਪਦ ਦੇ ਕੇ ਸੁਣਿਆ ਉਹ PK ਪ੍ਰਸ਼ਾਂਤ ਕਿਸ਼ੋਰ, ਉਹ ਸਾਡੇ ਵਰਗੇ ਗਰੀਬਾਂ ਦਾ ਜਦ ਟੈਕਸ ਇਕੱਠਾ ਕਰਕੇ ਉਹਨੂੰ 2.5-3 ਲੱਖ ਰੁਪਏ ਖਰਚਾ ਦੇਣਾ, ਸਭ ਕੁਝ ਫੈਸਿਲਿਟੀਆਂ ਦੇਤੀਆਂ, ਤੇ ਸਾਡੇ ਵਰਗੇ ਗਰੀਬਾਂ ਦਾ ਨਹੀਂ ਕੋਈ ਸੋਚਦਾ। ਕੈਬਨਿਟ ਮੰਤਰੀ ਜਿੰਨੀਆਂ ਸਹੂਲਤਾਂ ਦਿੱਤੀਆਂ ਨੇ ਉਹਨੂੰ। ਹਾਂ ਬਿਲਕੁਲ। ਔਰ ਪੈਸਾ ਕਿੱਥੋਂ ਆਉਂਦਾ ਵਾ? ਸਾਡੇ ਵਰਗੇ ਗਰੀਬਾਂ ਦਾ ਟੈਕਸ ਇਕੱਠਾ ਕਰਕੇ ਜੋ ਹੁੰਦਾ ਹੀ ਆਉਂਦਾ ਪਿਆ ਵਾ, ਗਰੀਬ ਜਨਤਾ ਦਾ ਇਕੱਠਾ ਕਰ ਲੈਂਦੇ ਆ। ਉਹ ਜਿੱਥੇ ਸਹੂਲਤਾਂ ਦੇਣੀਆਂ ਚਾਹੀਦੀਆਂ ਉੱਥੇ ਨਹੀਂ ਦਿੰਦੇ ਪਏ। ਮੈਂ ਇਹ ਮੰਗ ਕਰਦਾ ਕਿ ਜਿੱਥੇ ਪਹਿਲਾਂ ਮੁਲਾਜ਼ਮਾਂ ਨੂੰ, ਜਿੱਥੇ ਸਰਕਾਰ ਦੇ ਬੱਚੇ ਨਾਲ ਨੁਮਾਇੰਦੇ ਨੇ ਸਰਕਾਰ ਦੇ, ਇਹਨਾਂ ਨੂੰ ਤਾਂ ਖੁਸ਼ ਨਹੀਂ ਕਰ ਸਕਦੇ, ਤੇ ਬਾਕੀਆਂ ਨੂੰ ਕੀ ਖੁਸ਼ ਕਰਨਾ? ਇਹਨਾਂ ਨੂੰ ਪੱਕੀ ਨੌਕਰੀਆਂ ਦੇਣ। ਲੋਕਾਂ ਨੂੰ ਸਰਕਾਰਾਂ ਨੂੰ ਇਹ ਚਾਹੀਦਾ, ਬਜ਼ੁਰਗ ਸਾਡੇ ਬੈਠੇ ਨੇ ਸਾਰੇ, ਜਾਂ ਲੇਡੀਜ਼ ਹੈਗੇ ਆ, ਇਹਨਾਂ ਨੂੰ ਫੈਸਿਲਿਟੀਆਂ ਦੇਣ। ਪੈਨਸ਼ਨ ਘੱਟੋ ਘੱਟ 5000 ਪੈਨਸ਼ਨ ਚਾਹੀਦੀ ਆ ਤਾਂ ਜੋ ਘਰ ਦਾ ਗੁਜ਼ਾਰਾ ਹੋ ਸਕੇ। ਲੇਡੀਜ਼ ਨੂੰ ਐਕਸਟਰਾ ਸੁਰੱਖਿਆ ਚਾਹੀਦੀ ਹੈ। ਹਰ ਇੱਕ ਨੂੰ ਇੱਕ ਕਾਰੋਬਾਰ ਚਾਹੀਦਾ ਤਾਂ ਜੋ ਆਪਣਾ ਭਵਿੱਖ ਸੁਧਾਰ ਸਕਣ। ਨਹੀਂ ਤਾਂ ਅੱਜ ਦੇ ਬੱਚੇ ਤਾਂ ਸਿਰਫ ਨਸ਼ੇ ਵਾਸਤੇ ਹੀ ਰਹਿ ਗਏ ਆ ਕਿ ਨਸ਼ਿਆਂ 'ਚ ਪੈ ਤਾਂ ਆਪਣਾ ਫ੍ਰੀ ਬੱਸ ਸਫ਼ਰ ਦੀ ਸਹੂਲਤ ਦਿੱਤੀ ਆ, ਉਹਦੇ ਬਾਰੇ ਕੀ ਕਹਿਣਾ? ਇਹ ਤੇ ਸਿਰਫ ਸਮਝ ਲਓ ਕਿ ਪਖੰਡੀ ਲਾ ਲਓ। ਪੈਸੇ ਤੇ ਸਰਕਾਰ ਨੇ ਆਪਣੇ ਖਜ਼ਾਨੇ 'ਚੋਂ ਦੇਣੇ ਆ, ਉਹ ਆ ਜਾ ਕੇ ਜਿਹੜਾ ਟੈਕਸ ਉੱਥੋਂ ਹੀ ਦੇਣੇ ਆ। ਤਾਂ ਸਿਰਫ ਬ੍ਰਹਮ ਪਾ ਲਓ ਜਾਂ ਭੁਲੇਖਾ ਪਾ ਲਓ, ਭੁਲੇਖਾ ਪਾਉਣ ਦੀ ਕੋਸ਼ਿਸ਼ ਹੈ। ਉਹ ਮੁਲਾਜ਼ਮ ਸਾਥੀ ਨੇ ਦੱਸਿਆ ਹੀ ਸਾਡੇ ਨੇ, ਤੇ ਕੀ ਸਿਰਫ ਜਿਹੜਾ ਬਜਟ ਹੈ, ਛੋਟਾ ਜਿਹਾ ਬਜਟ ਹੈ, ਸਿਰਫ ਲੋਕਾਂ ਨੂੰ ਬ੍ਰਹਮ ਪਹਿਲਾ ਪਾਉਣ ਦੀ ਖਾਤਰ ਕਿ ਮੇਰੇ ਕੋ ਵੋਟਾਂ ਆ ਜਾਣ। ਪਰ 2022 ਚ ਸਰਕਾਰ ਨੂੰ ਦੱਸੇਗੀ, ਲੋਕ ਦੱਸਣਗੇ, ਜਨਤਾ ਦੱਸੂਗੀ ਕਿ ਕਿੱਦਾਂ ਦੀ ਸਰਕਾਰ ਲੋਕੀ ਚਾਹੁੰਦੇ ਆ। ਇਹ ਸਰਕਾਰ ਨੇ ਦੱਸਤਾ ਆਪਣੇ ਕੰਮਾਂ ਤੋਂ ਕਿ ਇਹ ਲੋਕਾਂ ਦੀ ਹਮਾਇਤੀ ਨਹੀਂ ਆ। ਤੇ ਮੈਂ ਇਹੀ ਕਹਾਂਗਾ ਕਿ ਆਓ ਅਸੀਂ ਜਾਗੀਏ, ਸਾਰੇ ਲੋਕ ਜਾਗੀਏ ਅਸੀਂ ਵਿੱਚੇ ਨਾਲ ਹੋ ਕੇ, ਕਿ ਅਸੀਂ ਸਰਕਾਰ ਨੂੰ ਬਦਲ ਦਈਏ। ਔਰ ਐਸੀ ਸਰਕਾਰ ਸਾਨੂੰ ਚਾਹੀਦੀ ਆ ਜਿਹੜੇ ਲੋਕਾਂ ਨਾਲ ਜੋ ਕੀਤੇ ਵਾਅਦੇ ਉਹ ਪੂਰਾ ਵੀ ਕਰਨ, ਨਾ ਜੋ ਇੱਦਾਂ ਦੇ ਧੋਖੇ ਦੇ ਕੇ ਮੌਕੇ ਤੇ ਆ ਕੇ ਮੈਂ ਤੁਹਾਡਾ ਇਹ ਕੰਮ ਕਰਾ ਦਾਂਗੇ 6 ਮਹੀਨਿਆਂ 'ਚ ਐਂਡਲੇ ਹੁਣ ਇਹੋ ਜਿਹੇ ਕੰਮ ਹੋਣੇ ਜਿਹੜੇ ਹੋਏ ਵੀ ਨਹੀਂ ਹੈਗੇ, ਸਿਰਫ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਕਿ ਅਸੀਂ ਬੜੇ ਕੰਮ ਕੀਤੇ ਆ। ਤਾਂ ਇਹ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਦਾ ਕਹਿਣਾ ਕਿ ਸਰਕਾਰਾਂ ਜਿਹੜੀਆਂ ਜ਼ਮੀਨੀ ਪੱਧਰ ਤੇ ਆ ਕੇ ਲੋਕਾਂ ਦੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਪ੍ਰਦਾਨ ਕਰੇ, ਨਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਹੜੀਆਂ ਵਾਅਦੇ ਕੀਤੇ ਗਏ, ਗੱਲਾਂ ਕੀਤੀਆਂ ਗਈਆਂ ਨੇ ਉਹਨਾਂ ਤੇ ਕਿਸੇ ਵੀ ਸਰਕਾਰ ਜਾਂ ਕੈਪਟਨ ਸਰਕਾਰ ਹੋ ਗਈ ਉਹਨੇ ਅਮਲ ਨਹੀਂ ਕੀਤਾ, ਨਾ ਇਹਨਾਂ ਦੇ ਕਿਸੇ ਵੀ ਮੰਤਰੀ ਨੇ ਅਮਲ ਕੀਤਾ ਆ। ਤਾਂ ਤੁਸੀਂ ਸਾਡੇ ਨਾਲ ਜੁੜ ਰਹੇ ਹੋ, ਅੱਗੇ ਵੀ ਅਪਡੇਟ ਦਿੰਦੇ ਰਵਾਂਗੇ। ਕੈਮਰਾਮੈਨ ਹੈਰੀ ਦੇ ਨਾਲ ਸੁਖ ਗਿੱਲ, ਮੋਗਾ, ਲੁਧਿਆਣਾ ਬੱਸ ਸਟੈਂਡ।